ਪੜ੍ਹਾਈ ਕੀ ਹੈ ਜਾਂ ਅਸੀਂ ਕਹੀਏ ਪੜ੍ਹਿਆ ਲਿਖਿਆ ਕੌਣ ਹੈ। ਜੇ ਅਸੀਂ ਪੜ੍ਹਾਈ ਦੀ ਗੱਲ ਕਰਦੇ ਹਾਂ ਤੇ ਇੱਕ ਬਹੁਤ ਸੋਹਣੀ ਡੈਫੀਨੇਸ਼ਨ ਹੈਗੀ ਹੈ। ਜਿੰਨਾ ਕੁਝ ਅਸੀਂ ਰਟਦੇ ਹਾਂ ਵੱਖ-ਵੱਖ ਸਬਜੈਕਟਾਂ ਦਾ, ਵੱਖ-ਵੱਖ ਜਮਾਤਾਂ ਦੇ ਵਿੱਚ ਜਿੰਨਾ ਕੁਝ ਅਸੀਂ ਰਟਦੇ ਹਾਂ, ਸਮਾਂ ਪਾ ਕੇ ਜਿੰਨਾ ਭੁੱਲ ਜਾਂਦੇ ਹਾਂ, ਭੁੱਲਣ ਤੋਂ ਬਾਅਦ ਜੋ ਸਾਡੇ ਕੋਲੇ ਬਾਕੀ ਬਚਦਾ ਹੈ ਉਹੀ ਅਸਲ ਪੜ੍ਹਾਈ ਹੈ। ਜੋ ਸਾਡੇ ਵਤੀਰੇ ਵਿੱਚ, ਜੋ ਸਾਡੀ ਸ਼ਖਸੀਅਤ ਵਿੱਚ ਸਮਾ ਜਾਂਦਾ ਹੈ ਉਹਨੂੰ ਅਸੀਂ ਪੜ੍ਹਾਈ ਕਹਾਂਗੇ। ਦੂਜੇ ਸ਼ਬਦਾਂ ਵਿੱਚ ਅਸੀਂ ਉਹਨੂੰ ਕਦਰਾਂ ਕੀਮਤਾਂ ਵੀ ਕਹਿ ਸਕਦੇ ਹਾਂ, ਮੋਰਲ ਐਜੂਕੇਸ਼ਨਸ। ਅੱਜ ਦੇ ਮਨੁੱਖੀ ਸਮਾਜ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਆ ਉਹਨਾਂ ਦੇ ਵਿੱਚ ਬਹੁਤ ਨਿਘਾਰ ਆ ਰਿਹਾ ਹੈ। ਤੇ ਇਸੇ ਦੇ ਸੰਬੰਧ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੜੀ ਨਿਵੇਕਲੀ ਪਹਿਲ ਕੀਤੀ ਹੈ। ਵਰੇ 2020-21 ਦੌਰਾਨ ਇੱਕ ਨਵਾਂ ਵਿਸ਼ਾ ਜਿਹੜਾ ਹੈਗਾ ਉਹ ਐਡ ਕੀਤਾ ਹੈ, ਵੈਲਕਮ ਲਾਈਫ ਜਾਂ ਸਵਾਗਤ ਜ਼ਿੰਦਗੀ। ਇਸ ਵਿਸ਼ੇ ਵਿੱਚ ਵੱਖ-ਵੱਖ ਕਦਰਾਂ ਕੀਮਤਾਂ, ਵੱਖ-ਵੱਖ ਮੋਰਲ ਵੈਲਿਊ ਜਿਹੜੀ ਹੈ ਉਹ ਬੱਚੇ ਨੂੰ ਸਮਝਾਉਣ ਵਾਸਤੇ ਇੱਕ ਇਹ ਵਿਸ਼ਾ ਐਡ ਕੀਤਾ ਹੈ ਤਾਂ ਕਿ ਮਨੁੱਖੀ ਸਮਾਜ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ। ਸਾਡੀਆਂ ਅਗਲੀਆਂ ਜਿਹੜੀਆਂ ਪੀੜ੍ਹੀਆਂ ਜਿਹੜੀਆਂ ਉਹ ਸੰਸਕਾਰੀ ਹੋਣ, ਉਹਨਾਂ ਦੇ ਵਿੱਚ ਚੰਗੇ ਸੰਸਕਾਰ, ਚੰਗੇ ਗੁਣ ਜਿਹੜੇ ਉਹਨਾਂ ਦੇ ਵਿੱਚ ਆਉਣ। ਵਿਸ਼ੇ ਦੇ ਵਿੱਚ ਅੱਜ ਅਸੀਂ ਪੜ੍ਹਾਂਗੇ ਸਹਿਨਸ਼ੀਲਤਾ। ਸਹਿਨਸ਼ੀਲਤਾ ਗੁਣ ਜਿਹੜਾ ਸਾਡੇ ਲਈ ਬਹੁਤ ਵੱਡਾ ਗੁਣ ਹੈ, ਬਹੁਤ ਹੀ ਨਿਵੇਕਲਾ ਗੁਣ ਹੈ। ਜੇ ਇਹ ਸਾਡੇ ਵਿੱਚ ਹੋਵੇ ਤੇ ਅਸੀਂ ਜ਼ਿੰਦਗੀ ਨੂੰ ਬਹੁਤ ਹੀ ਸੌਖਿਆਂ ਤਰੀਕੇ ਨਾਲ, ਤਰੱਕੀ ਨਾਲ ਜਿਉਂਦੇ ਹਾਂ। ਵਿਸ਼ੇ ਨੂੰ ਸਪਸ਼ਟ ਕਰਨ ਲਈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ, ਫਿਰ ਅਸੀਂ ਇਸ ਪਾਠ ਨੂੰ ਪੜ੍ਹਾਂਗੇ, ਇਸ ਅਧਿਆਇ ਵੱਲ ਜਾਵਾਂਗੇ। ਪੰਚਤੰਤਰ ਕਹਾਣੀਆਂ ਦੇ ਵਿੱਚੋਂ ਇੱਕ ਛੋਟੀ ਜਿਹੀ ਕਹਾਣੀ ਹੈ। ਇੱਕ ਰਾਜਾ ਸੀ, ਉਹਦੇ ਕੋਈ ਬੱਚਾ ਨਹੀਂ ਸੀ, ਕੋਈ ਉਹਦਾ ਉੱਤਰਾਧਿਕਾਰੀ ਨਹੀਂ ਸੀਗਾ। ਉਹਨੇ ਰਾਜ ਦੇ ਵਿੱਚੋਂ ਇੱਕ ਬੱਚਾ ਗੋਦ ਲੈਣ ਦੀ ਮਨ ਵਿੱਚ ਸੋਚੀ ਤੇ ਆਪਣੇ ਰਾਜ ਵਿੱਚ ਉਹਨੇ ਅਨਾਉਂਸਮੈਂਟ ਕਰਵਾਤੀ, ਉਹਨੇ ਢਿੰਡੋਰਾ ਪਿਟਵਾਇਆ ਕਿ ਮੈਂ ਇੱਕ ਬੱਚਾ ਗੋਦ ਲੈਣਾ ਚਾਹੁੰਦਾ। ਜੋ ਵੀ ਪਰਿਵਾਰ ਮੈਨੂੰ ਬੱਚਾ ਗੋਦ ਦੇਣਾ ਚਾਹੁੰਦੇ ਹੈ ਉਹ ਰਾਜ ਦਰਬਾਰ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆ ਜਾਣ। ਨਿਸ਼ਚਿਤ ਮਿਤੀ ਵਿੱਚ, ਨਿਸ਼ਚਿਤ ਤਰੀਕ ਨੂੰ ਜਿਹੜੇ ਹੈਗੇ ਆ, ਲਗਭਗ ਬਹੁਤ ਸਾਰੇ ਬੱਚਿਆਂ ਨੂੰ ਲੈ ਕੇ ਮਾਪੇ ਆਏ, ਕਿਉਂਕਿ ਹਰ ਇੱਕ ਮਾਪੇ ਜਿਹੜੇ ਹੈ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਰਾਜਾ ਬਣੇ। ਰਾਜੇ ਨੂੰ ਜਿਹੜੀ ਚੋਣ ਕਰਨੀ ਮੁਸ਼ਕਿਲ ਹੋ ਗਈ। ਉਹਨੇ ਇੱਕ ਵਿਉਂਤ ਕੱਢੀ, ਉਹ ਇੱਕ ਥੈਲੀ ਲੈ ਕੇ ਆਇਆ, ਬੀਜਾਂ ਦੀ ਥੈਲੀ। ਉਹਨੇ ਦੱਸਿਆ ਕਿ ਇਹ ਬੀਜ ਮੈਂ ਬਹੁਤ ਵੱਖ-ਵੱਖ ਥਾਵਾਂ ਤੋਂ ਇਕੱਠੇ ਕਰਵਾਏ ਹੈ, ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਤੇ ਪੌਦਿਆਂ ਦੇ ਬੀਜ ਹੈ। ਤੇ ਉਹਨੇ ਹਰ ਇੱਕ ਬੱਚੇ ਨੂੰ ਇੱਕ ਇੱਕ ਬੀਜ ਦੇ ਕੇ ਕਿਹਾ ਕਿ ਤੁਸੀਂ ਇਸ ਬੀਜ ਨੂੰ ਉਗਾਉਣਾ ਹੈ ਤੇ ਜੋ ਪੌਦਾ ਤੁਹਾਡੇ ਕੋਲ ਪੈਦਾ ਹੋਵੇ ਉਹ ਮੇਰੇ ਕੋਲੇ ਪੂਰੇ 6 ਮਹੀਨਿਆਂ ਬਾਅਦ ਲੈ ਕੇ ਆਉਣਾ ਹੈ। ਫਿਰ ਅਸੀਂ ਫੈਸਲਾ ਕਰਾਂਗੇ ਕਿ ਮੇਰਾ ਉੱਤਰਾਧਿਕਾਰੀ ਕੌਣ ਹੋਊਗਾ। ਸਾਰੇ ਬੱਚਿਆਂ ਨੇ ਐਵੇਂ ਹੀ ਕੀਤੇ, ਮਾਪਿਆਂ ਨਾਲ ਵਾਪਸ ਚਲੇ ਗਏ। ਜਾ ਕੇ ਗਮਲਿਆਂ ਦੇ ਵਿੱਚ ਆਪਣਾ ਆਪਣਾ ਬੀਜ ਉਹਨਾਂ ਨੇ ਲਗਾਇਆ, ਪਾਣੀ ਦਿੱਤੀ, ਖਾਦ ਦਿੱਤੀ ਤੇ ਸਮੇਂ ਦੇ ਅਨੁਸਾਰ ਜਿਹੜੇ ਹੈ ਉਹ ਪੌਦੇ ਉੱਗਣੇ ਸ਼ੁਰੂ ਹੋ ਗਏ। ਬਹੁਤੇ ਪੌਦਿਆਂ ਦੇ ਵਿੱਚ ਬੜੇ ਸੋਹਣੇ ਸੋਹਣੇ ਫੁੱਲਾਂ ਵਾਲੇ, ਕੁਝ ਫਲਾਂ ਵਾਲੇ, ਕੁਝ ਬੂਟੇ ਜਿਹੜੇ ਹੈ ਉਹ ਉੱਗੇ। ਉਹਨਾਂ ਦੇ ਵਿੱਚੋਂ ਇੱਕ ਬੱਚੇ ਨਾਲ ਬਹੁਤ ਹੈਰਾਨੀ ਵਾਲਾ ਕੰਮ ਹੋਇਆ। ਉਹਨੇ ਜੋ ਬੀਜ ਬੀਜਿਆ ਉਹ ਮਹੀਨੇ 2 ਮਹੀਨੇ ਤੱਕ ਉੱਗਿਆ ਹੀ ਨਹੀਂ। ਉਹ ਬਹੁਤ ਨਿਰਾਸ਼ ਹੋਇਆ। ਬਾਕੀ ਬੱਚੇ ਵੀ ਜਿਹੜੇ ਹੈਗੇ ਆ, ਬਾਕੀ ਲੋਕ ਵੀ ਉਹਨੂੰ ਜਿਹੜੇ ਕਹਿੰਦੇ ਰਹਿੰਦੇ ਸੀ ਕਿ ਤੂੰ ਸੰਭਾਲ ਸਹੀ ਨਹੀਂ ਕੀਤੀ, ਜਾਂ ਉਹਦੇ ਤੇ ਹੱਸਦੇ ਸੀ, ਇਹੋ ਜਿਹਾ ਉਹਦੇ ਨਾਲ ਮਜ਼ਾਕ ਬਣਾਉਂਦੇ ਸੀ ਉਹਦਾ। ਪਰ ਉਹਨੇ ਹਿੰਮਤ ਨਹੀਂ ਹਾਰੀ। ਉਹ 3 ਮਹੀਨੇ 4 ਮਹੀਨੇ ਤੱਕ ਵੀ ਬੂਟੇ ਦੀ ਸੰਭਾਲ ਕਰਦਾ ਰਿਹਾ, ਪਾਣੀ ਪਾਉਂਦਾ ਰਿਹਾ ਉਸ ਬੀਜ ਦੇ ਗਮਲੇ ਨੂੰ, ਧੁੱਪ ਛਾਂ ਵੀ ਲਵਾਉਂਦਾ ਰਿਹਾ, ਪਰ ਉਹਦੇ 'ਚ ਪੌਦਾ ਨਾ ਉੱਗਿਆ। ਇੰਨੇ ਸਮੇਂ ਦੇ ਵਿੱਚ ਬਾਕੀ ਸਾਰਿਆਂ ਦੇ ਪੌਦੇ ਜਿਹੜੇ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਫਲ ਫੁੱਲ ਰਹੇ ਸੀ। ਉਹਨੂੰ ਇਸ ਗੱਲ ਦੀ ਚਿੰਤਾ ਸੀ ਕਿ ਮੇਰਾ ਬੀਜ ਹੈਗਾ ਉਹ ਕਿਉਂ ਨਹੀਂ ਉੱਗਿਆ। ਉਹਨੇ ਸੋਚਿਆ ਹੋ ਸਕਦਾ ਹੈ ਇਹ ਕੋਈ ਲੇਟ ਉੱਗੇ। ਉਹ ਫਿਰ ਵੀ ਪੂਰੇ ਸਮੇਂ ਤੱਕ ਉਹਦੀ ਸੰਭਾਲ ਕਰਦਾ ਰਿਹਾ। ਪੌਦੇ ਲਿਜਾਣ ਦਾ ਨਿਸ਼ਚਿਤ ਸਮਾਂ ਜਿਹੜਾ ਉਹ ਆ ਗਿਆ, 6 ਮਹੀਨੇ ਪੂਰੇ ਹੋ ਗਏ ਤੇ ਉਹ ਬਹੁਤ ਉਦਾਸ ਸੀ ਕਿ ਮੇਰੇ ਗਮਲੇ ਵਿੱਚ ਤਾਂ ਕੁਝ ਨਹੀਂ ਉੱਗਿਆ, ਖਾਲੀ ਗਮਲਾ ਹੈਗਾ। ਇਹ ਭਾਵਨਾ ਜਿਹੜੀ ਉਹਦੀ ਮਾਂ ਵੀ ਉਹਦੀ ਅੱਖਾਂ ਵਿੱਚ ਦੇਖ ਰਹੀ ਸੀ। ਉਹਦੀ ਮਾਤਾ ਨੇ ਵੀ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਬੀਜ ਤਾਂ ਰਾਜੇ ਨੂੰ ਵਾਪਸ ਮੋੜਨਾ ਹੀ ਹੈ, ਜੇ ਨਹੀਂ ਉੱਗਿਆ ਤੇ ਕੋਈ ਗੱਲ ਨਹੀਂ, ਇਹਦੇ 'ਚ ਆਪਣੀ ਕੋਈ ਗਲਤੀ ਨਹੀਂ। ਉਹਨਾਂ ਨੂੰ ਇਸ ਗੱਲ ਦਾ ਡਰ ਵੀ ਸੀ ਕਿਤੇ ਇਹ ਨਾ ਹੋਵੇ ਕਿ ਰਾਜਾ ਇਹਨੂੰ ਬਹੁਤ ਵੱਡੀ ਕੋਈ ਸਜ਼ਾ ਦੇ ਦੇਵੇ ਤੇ ਅਸੀਂ ਸਜ਼ਾ ਦੇ ਪਾਤਰ ਹੋ ਜਾਈਏ ਵੀ ਬੂਟਾ ਕਿਉਂ ਨਹੀਂ ਉੱਗਿਆ ਜਾਂ ਤੁਸੀਂ ਸਾਂਭ ਸੰਭਾਲ ਕਿਉਂ ਨਹੀਂ ਕੀਤੀ। ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਸੀਗਾ ਕਿ ਅਸੀਂ ਇਹਦੀ ਸਾਂਭ ਸੰਭਾਲ ਕੀਤੀ ਹੈ। ਚਲੋ ਹਿੰਮਤ ਕਰਦੇ ਹੋਏ ਸਾਰੇ ਜਿਹੜੇ ਜਿਵੇਂ ਲੋਕ ਗਏ ਸੀ ਉਹ ਵੀ ਆਪਣਾ ਗਮਲਾ ਲੈ ਕੇ ਤੇ ਰਾਜ ਦਰਬਾਰ ਦੇ ਗਰਾਊਂਡ ਵਿੱਚ ਚਲੇ ਗਏ। ਗਰਾਊਂਡ ਵਿੱਚ ਵੱਖ-ਵੱਖ ਪੌਦੇ ਪਏ ਹੋਏ ਸੀ, ਬਹੁਤ ਸਾਰੇ ਫੁੱਲਾਂ ਵਾਲੇ ਬੂਟੇ ਪਏ ਹੋਏ ਸੀ ਗਮਲਿਆਂ ਦੇ ਵਿੱਚ, ਬੱਚੇ ਨਾਲ ਖੜੇ ਸੀ। ਰਾਜੇ ਨੇ ਦੇਖਣਾ ਸ਼ੁਰੂ ਕੀਤਾ, ਦੌਰਾ ਸ਼ੁਰੂ ਕੀਤਾ ਤੇ ਬੱਚੇ ਬੜੇ ਦਲੇਰੀ ਨਾਲ ਦੱਸ ਰਹੇ ਸੀ ਕਿ ਮੈਂ ਆਹ ਬੀਜ ਬੀਜਿਆ ਸੀ, ਤੁਸੀਂ ਜਿਹੜਾ ਦਿੱਤਾ ਹੈ, ਤੇ ਆਹ ਪੌਦਾ ਹੋਇਆ ਹੈ, ਇਹਨੂੰ ਆਹ ਫੁੱਲ ਲੱਗੇ ਹੈ। ਸਾਰੇ ਆਪਣਾ ਆਪਣਾ ਦਿਖਾ ਰਹੇ ਸੀ। ਅਚਾਨਕ ਰਾਜੇ ਦੀ ਨਜ਼ਰ ਉਸ ਖਾਲੀ ਗਮਲੇ ਤੇ ਪਈ ਤੇ ਰਾਜਾ ਉੱਥੇ ਜਾ ਕੇ ਖੜ ਗਿਆ।
ਉਹਨੇ ਉਹਨੂੰ ਪੁੱਛਿਆ ਕਿ ਤੇਰਾ ਪੌਦਾ ਕਿਉਂ ਨਹੀਂ ਉੱਗਿਆ। ਉਹਨੇ ਬੜੇ ਡਰਦੇ ਹੋਏ ਕਿਹਾ ਕਿ ਮੈਂ ਇਸ ਨੂੰ ਬੜਾ ਪਾਣੀ ਦਿੰਦਾ ਰਿਹਾ, ਬਹੁਤ ਇਹਨੂੰ ਮੈਂ ਸਾਂਭ ਸੰਭਾਲ ਕੀਤੀ, ਧੁੱਪ ਛਾਂ ਵੀ ਲਵਾਈ, ਪਰ ਇਹਦੇ 'ਚ ਪੌਦਾ ਨਹੀਂ ਉੱਗਿਆ। ਰਾਜਾ ਵਾਪਸ ਆਪਣੇ ਸਿੰਘਾਸਨ ਤੇ ਬਹਿ ਗਿਆ। ਜਾ ਕੇ ਉਹਨੇ ਉਸ ਬੱਚੇ ਨੂੰ ਉੱਥੇ ਸਿੰਘਾਸਨ ਤੇ ਬੁਲਾਇਆ ਕਿ ਆਹ ਬੱਚਾ ਜਿਹਦਾ ਬੀ ਨਹੀਂ ਉੱਗਿਆ ਉਹ ਇੱਥੇ ਆ ਜੇ। ਜਦੋਂ ਇਹ ਅਨਾਉਂਸਮੈਂਟ ਹੋਈ ਤੇ ਸਾਰੇ ਬਹੁਤ ਘਬਰਾ ਗਏ ਕਿ ਹੁਣ ਇਹਨੂੰ ਕੋਈ ਵਿਸ਼ੇਸ਼ ਤੌਰ ਦੀ ਸਜ਼ਾ ਜਿਹੜੀ ਉਹ ਮਿਲਣ ਵਾਲੀ ਹੈ। ਪਰ ਰਾਜੇ ਨੇ ਉਸ ਦੀ ਪਿੱਠ ਥਪਥਪਾਉਂਦਿਆਂ ਕਿਹਾ ਕਿ ਮੈਨੂੰ ਮਾਣ ਹੈ ਇਸ ਬੱਚੇ ਤੇ ਵੀ ਇਹ ਬਹੁਤ ਸਹਿਨਸ਼ੀਲ ਰਿਹਾ ਹੈ ਤੇ ਬਹੁਤ ਵਧੀਆ ਰਿਹਾ। ਇਹਨੇ ਲੰਮੇ ਸਮੇਂ ਤੱਕ ਬੀ ਨਾ ਉੱਗਣ ਕਰਕੇ ਵੀ ਗਮਲੇ ਦੀ ਸੰਭਾਲ ਕੀਤੀ ਤੇ ਇਹਨੇ ਜਿਹੜਾ ਹੈਗਾ ਇਹ ਗਮਲਾ ਇੱਥੇ ਲੈ ਕੇ ਆਇਆ। ਇਹ ਉਸ ਤੋਂ ਵੀ ਜ਼ਿਆਦਾ ਦਲੇਰੀ ਦੀ ਗੱਲ ਹੈ ਕਿ ਬਿਨਾਂ ਬੂਟੇ ਦੇ ਗਮਲਾ ਜਿਹੜਾ ਇੱਥੇ ਲੈ ਕੇ ਆਇਆ, ਇਹਦੀ ਹੋਰ ਸਹਿਨਸ਼ੀਲਤਾ ਹੈਗੀ ਹੈ। ਤੇ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਬੀ ਮੈਂ ਤੁਹਾਨੂੰ ਦਿੱਤੇ ਸੀ ਉਹ ਬੀ ਵਿਸ਼ੇਸ਼ ਪ੍ਰਕਾਰ ਨਾਲ ਇੱਕ ਗਰਮ ਰੇਤੇ ਦੇ ਵਿੱਚ ਭੱਠੀ ਤੋਂ ਭੁੰਨ ਕੇ ਦਿੱਤੇ ਸੀ ਤਾਂ ਕਿ ਉਹਨਾਂ ਦੀ ਜਿਹੜੀ ਉੱਗਣ ਦੀ ਸਮਰੱਥਾ ਉਹ ਖਤਮ ਹੋ ਜਾਵੇ। ਉਹ ਬੀ ਜਿਹੜੇ ਬੰਜਰ ਸੀਗੇ ਉਹ ਬੀ ਉੱਗ ਹੀ ਨਹੀਂ ਸੀ ਸਕਦੇ। ਤੇ ਇਹਨੇ ਜੋ ਕੀਤਾ ਇਮਾਨਦਾਰ ਵੀ ਹੈਗਾ ਤੇ ਸਹਿਨਸ਼ੀਲ ਵੀ ਹੈਗਾ ਤੇ ਮੇਰਾ ਉੱਤਰਾਧਿਕਾਰੀ ਇਹ ਹੈ। ਸਾਰਿਆਂ ਨੇ ਆਪਣੇ ਆਪਣੇ ਸ਼ਰਮ ਨਾਲ ਸਿਰ ਝੁਕਾ ਲਏ ਕਿਉਂਕਿ ਉਹਨਾਂ ਸਾਰਿਆਂ ਦੇ ਬੀਜ ਜਿਹੜੇ ਸੀ ਉਹਨਾਂ ਨੇ ਬਦਲ ਲਏ ਸੀ ਰੀਸੋ ਰੀਸੀ ਕਿ ਸਾਡਾ ਬੂਟਾ ਵਧੀਆ ਹੋਵੇ ਤੇ ਸਾਡੇ ਬੂਟੇ ਨੂੰ ਚੰਗੇ ਹੋਣ। ਉਹ ਰਾਜੇ ਵਾਲੇ ਬੀ ਉਹਨਾਂ ਨੇ ਸੁੱਟ ਦਿੱਤੇ ਤੇ ਉਹਨਾਂ ਨੇ ਬੀ ਜਿਹੜਾ ਹੈਗਾ ਜਦੋਂ ਬੀ ਨਹੀਂ ਉੱਗੇ ਤੇ ਉਹਨਾਂ ਨੇ ਆਪਣੇ ਬੀ ਉਗਾ ਲਏ ਸੀ ਬਦਲ ਕੇ। ਉਹਨਾਂ ਨੂੰ ਸੀਗਾ ਕਿ ਇਹ ਬੀ ਤਾਂ ਕਿਹੜਾ ਰਾਜੇ ਨੇ ਕਿਹੜਾ ਕੋਈ ਦੱਸਿਆ ਵੀ ਕਿਸ ਚੀਜ਼ ਦਾ, ਜੋ ਮਰਜ਼ੀ ਬੂਟਾ ਲਗਾ ਲਓ ਉੱਥੇ ਕਿਹੜਾ ਪਤਾ ਲੱਗਣ ਲੱਗਿਆ ਹੈ। ਤੇ ਇਹ ਜਿਹੜੀ ਉਹਦੀ ਸਹਿਨਸ਼ੀਲਤਾ ਸੀ ਜਾਂ ਉਹਦੀ ਇਮਾਨਦਾਰੀ ਸੀ, ਓਨੈਸਟੀ ਸੀ, ਉਹਦੇ ਕਰਕੇ ਉਹ ਰਾਜ ਦਾ ਉੱਤਰਾਧਿਕਾਰੀ ਬਣਿਆ। ਸੋ ਕਈ ਵਾਰ ਸਾਨੂੰ ਸਹਿਨਸ਼ੀਲਤਾ ਨਾਲ ਬਹੁਤ ਵੱਡੇ ਫਾਇਦੇ ਹੁੰਦੇ ਹੈ। ਸਹਿਨਸ਼ੀਲ ਰਹਿਣਾ ਜਿਹੜਾ ਹੈ ਬਹੁਤ ਜ਼ਰੂਰੀ ਹੈਗਾ ਹੈ। ਆਓ ਅਸੀਂ ਇਸ ਆਪਣੇ ਵਿਸ਼ੇ ਵੱਲ ਆਈਏ। ਵਿਸ਼ੇ ਦੇ ਵਿੱਚ ਸਹਿਨਸ਼ੀਲਤਾ ਨੂੰ ਅਰਥ ਜਿਹੜਾ ਆਪਾਂ ਸਮਝ ਚੁੱਕੇ ਹਾਂ ਤੇ ਇਹਦਾ ਗੁਣ ਕੀ ਹੈਗਾ ਉਹ ਵੀ ਸਾਨੂੰ ਇਸ ਕਹਾਣੀ ਦੇ ਮਾਧਿਅਮ ਤੋਂ ਪਤਾ ਲੱਗ ਗਿਆ ਹੈ। ਆਪਾਂ ਨੂੰ ਇਹਦੇ ਕੀ ਫਾਇਦੇ ਹੈ। ਵਿਦਿਆਰਥੀ ਨੂੰ ਸਹਿਨਸ਼ੀਲਤਾ ਦਾ ਮਹੱਤਵ ਸਮਝਾਉਂਦੇ ਹੋਏ ਆਪਸੀ ਪਿਆਰ ਸਤਿਕਾਰ ਤੋਂ ਉਤਸ਼ਾਹ ਕਰਨਾ ਹੈ ਤੇ ਉਤਸ਼ਾਹ ਵੀ ਜੇ ਅਸੀਂ ਸਹਿਨਸ਼ੀਲ ਹੋਵਾਂਗੇ ਤੇ ਸਾਡੇ ਰਿਸ਼ਤੇ ਜਿਹੜੇ ਆ ਬਹੁਤ ਲੰਬੇ ਤੇ ਸੁਖਦ ਰਿਸ਼ਤੇ ਜਿਹੜੇ ਅਸੀਂ ਬਣਾ ਸਕਦੇ ਹਾਂ ਤੇ ਉਹਨਾਂ ਨੂੰ ਪੂਰੀ ਉਮਰ ਨਿਭਾ ਸਕਦੇ ਹਾਂ। ਸਮਾਜ ਵਿੱਚ ਹਾਂ ਪੱਖੀ ਤਬਦੀਲੀ ਅਤੇ ਮਿਲਵਰਤਨ ਵਧਾਉਣ ਲਈ ਵੀ ਜਿਹੜੀ ਹੈ ਪ੍ਰੇਰਨਾ ਸਰੋਤ ਹੁੰਦੀ ਹੈ ਆਪਣੀ ਸਹਿਨਸ਼ੀਲਤਾ। ਸਾਡੀ ਕਿਤਾਬ ਅਨੁਸਾਰ ਸਹਿਨਸ਼ੀਲਤਾ ਅਤੇ ਸਬਰ ਨਾਲ ਜੀਵਨ ਜਿਉਣ ਦੀ ਇੱਕ ਭਾਵਨਾ ਹੁੰਦੀ ਹੈ। ਇੱਕ ਭਾਵਨਾ ਹੈ ਜਿਹਦੇ ਨਾਲ ਅਸੀਂ ਇਸ ਤਰ੍ਹਾਂ ਦਾ ਸਹਿਨਸ਼ੀਲ ਵਾਲਾ ਜੀਵਨ ਜੀਵਾਂਗੇ। ਇਸ ਵਿੱਚ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਜਾਤੀ, ਧਰਮ, ਬੋਲੀ, ਸੱਭਿਆਚਾਰ, ਖਿੱਤੇ, ਰੰਗ ਜਾਂ ਨਸਲ ਦੇ ਵਖਰੇਵੇਂ ਵਾਲਾ ਹੋਵੇ, ਉਸ ਨੂੰ ਸਹਿਜ ਹੀ ਪ੍ਰਵਾਨ ਕਰਨਾ ਚਾਹੀਦਾ ਹੈ। ਇਹੀ ਸਾਡਾ ਸਹਿਨਸ਼ੀਲਤਾ ਦਾ ਗੁਣ ਹੈ। ਭਾਵੇਂ ਸਾਡਾ ਖਾਣ ਪਾਨ ਵੱਖਰਾ ਹੋਵੇ, ਸਾਡਾ ਰਹਿਣ ਸਹਿਣ ਵੱਖਰਾ ਹੋਵੇ, ਅਸੀਂ ਇੱਕ ਦੂਜੇ ਕੌਮਾਂ ਤੋਂ ਧਰਮਾਂ ਤੋਂ ਹੋਈਏ, ਪਰ ਇਨਸਾਨ ਜਿਹੜੇ ਹੈ ਰੱਬ ਨੇ ਜਿਹੜੇ ਬਣਾਏ ਹੈ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਹਨਾਂ ਨਾਲ ਸਹਿਨਸ਼ੀਲਤਾ ਨਾਲ ਰਹਿਣਾ ਚਾਹੀਦਾ ਹੈ। ਇਹਦੇ 'ਚ ਦੋ ਕਿਰਿਆਵਾਂ ਦਿੱਤੀਆਂ ਹੋਈਆਂ। ਪਹਿਲੀ ਕਿਰਿਆ ਜਿਹੜੀ ਹੈਗੀ ਹੈ, ਮੰਨ ਲਓ ਤੁਸੀਂ ਬੈਂਚ ਤੇ ਬੈਠੇ ਹੋ, ਦੋ ਵਿਦਿਆਰਥੀ ਬੈਂਚ ਤੇ ਬੈਠਦੇ ਆਪਾਂ ਦੇਖਦੇ ਹੀ ਹਾਂ। ਤੁਸੀਂ ਦੋਵੇਂ ਗੂੜੇ ਮਿੱਤਰ ਹੋ। ਅੱਜ ਜਮਾਤ ਵਿੱਚ ਨਵਾਂ ਵਿਦਿਆਰਥੀ ਆਇਆ ਹੈ ਜੋ ਕਿਸੇ ਹੋਰ ਪ੍ਰਾਂਤ ਤੋਂ ਹੈਗਾ, ਹੋਰ ਭਾਸ਼ਾ ਬੋਲਣ ਵਾਲਾ ਹੈ। ਅਧਿਆਪਕ ਨੇ ਕਿਹਾ ਹੈ ਕਿ ਉਸ ਵਿਅਕਤੀ ਨੂੰ ਤੁਹਾਡੇ ਨਾਲ ਬਿਠਾਉਂਗੇ। ਤੁਹਾਡੇ ਮਨ ਵਿੱਚ ਉਸ ਵਿਦਿਆਰਥੀ ਪ੍ਰਤੀ ਕੀ ਵਿਚਾਰ ਆਉਣਗੇ? ਇਹ ਵਿਚਾਰ ਤੁਸੀਂ ਆਪ ਹੀ ਲਿਖ ਕੇ ਪੜ੍ਹਨੇ ਹਨ ਤੇ ਆਪਣੀ ਸਹਿਨਸ਼ੀਲਤਾ ਦਾ ਮੁਲਾਂਕਣ ਕਰਨਾ ਹੈ। ਤੁਹਾਡੇ ਦਿਮਾਗ ਵਿੱਚ ਕੀ ਆਊਗਾ? ਤੁਹਾਡੇ ਦਿਮਾਗ ਵਿੱਚ ਪਹਿਲੀ ਗੱਲ ਇਹ ਆਊਗੀ, ਇਹ ਸਾਡੇ ਬੈਂਚ ਤੇ ਨਹੀਂ ਬੈਠਣਾ ਚਾਹੀਦਾ। ਹਰ ਇੱਕ ਬੱਚਾ ਸੋਚੂਗਾ ਕਿ ਇਹ ਸਾਡੇ ਬੈਂਚ ਤੇ ਨਹੀਂ ਬੈਠਣਾ ਚਾਹੀਦਾ। ਕਿਉਂ? ਮੈਨੂੰ ਵਧੀਆ ਲੱਗੇ ਵੀ ਇੱਥੇ ਇਹ ਜਿਹੜਾ ਹੈਗਾ ਹੋਰ ਹੈ, ਅਸੀਂ ਆਪਸ ਵਿੱਚ ਦੋਸਤ ਬੈਠਾਂਗੇ, ਵੀ ਜਿਹੜੇ ਦੋਸਤ ਅਸੀਂ ਪਹਿਲਾਂ ਬੈਠਦੇ ਹਾਂ ਉਹੀ ਬੈਠਾਂਗੇ, ਇਹ ਸਾਡੇ ਨਾਲ ਨਹੀਂ ਬੈਠਣਾ ਚਾਹੀਦਾ। ਜਾਂ ਤੁਹਾਡੇ ਮਨ ਵਿੱਚ ਆਊਗਾ, ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹ ਵਿਦਿਆਰਥੀ ਦੂਜੇ ਪ੍ਰਾਂਤ ਤੋਂ ਆਇਆ ਹੈ, ਮੈਂ ਇਸ ਦੇ ਰਾਜ ਬਾਰੇ ਜਾਣਕਾਰੀ ਪ੍ਰਾਪਤ ਕਰਾਂਗਾ। ਜਾਂ ਤੁਸੀਂ ਖੁਸ਼ ਹੋਵੋਗੇ ਕਿ ਮੈਂ ਇਹਨੂੰ ਗੱਲਾਂ ਕਰੂੰਗਾ, ਇਹਨੂੰ ਪੁੱਛੂੰਗਾ ਵੀ ਤੁਹਾਡੇ ਪ੍ਰਾਂਤ ਵਿੱਚ ਤੁਹਾਡੇ ਉੱਥੇ ਕੀ ਹੁੰਦਾ ਹੈ, ਕਿਵੇਂ ਦਾ ਕਲਚਰ ਹੈ, ਕਿਵੇਂ ਖਾਣਾ ਪੀਣਾ, ਰਹਿਣਾ ਸਹਿਣਾ ਕਿਵੇਂ ਦਾ ਹੁੰਦਾ ਹੈ। ਤੀਸਰੀ ਗੱਲ ਤੁਹਾਡੇ ਦਿਮਾਗ ਵਿੱਚ ਆ ਸਕਦੀ ਹੈ, ਮੈਂ ਇਸ ਨੂੰ ਚੰਗਾ ਨਹੀਂ ਸਮਝਦਾ, ਅਗਲੇ ਪੀਰੀਅਡ ਇਸ ਨੂੰ ਕਹਾਂਗਾ ਕਿ ਤੂੰ ਜਿਹੜਾ ਹੋਰ ਬੈਂਚ ਤੇ ਚਲਾ ਜਾ। ਤੀਸਰੀ ਗੱਲ ਇਹ ਹੋ ਸਕਦੀ ਹੈ, ਅਧਿਆਪਕ ਦੇ ਡਰ ਤੋਂ ਇੱਕ ਪੀਰੀਅਡ ਤੋਂ ਬਾਅਦ, ਇੱਕ ਪੀਰੀਅਡ ਤਾਂ ਚਲੋ ਮਜਬੂਰੀ ਨਾਲ ਬਿਠਾ ਲਿਆ, ਅਗਲੇ ਪੀਰੀਅਡ ਮੈਨੂੰ ਕਹੂੰਗਾ ਭਾਈ ਤੂੰ ਆਪਣੇ ਹੋਰ ਕਿਸੇ ਬੈਂਚ ਤੇ ਚਲਾ ਜਾ, ਮੈਂ ਤੈਨੂੰ ਨਹੀਂ ਬਿਠਾਣਾ। ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਵਿਚਾਰ ਤੁਹਾਡੇ ਮਨ ਵਿੱਚ ਆਉਂਦੇ ਆ, ਇਥੋਂ ਤੁਸੀਂ ਆਪਣਾ ਮੁਲਾਂਕਣ ਕਰਨਾ ਹੈ ਕਿ ਤੁਹਾਡੀ ਸਹਿਨਸ਼ੀਲਤਾ ਕਿੰਨੀ ਕੁ ਹੈਗੀ ਹੈ, ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਇਹ 'ਚ ਇੱਕ ਕਹਾਣੀ ਵੀ ਹੈਗੀ ਹੈ, ਦੂਜੀ ਕਿਰਿਆ ਦੇ ਵਿੱਚ ਇੱਕ ਕਹਾਣੀ ਹੈ। ਮਨਜੀਤ ਨਾਮ ਦਾ ਇੱਕ ਵਿਦਿਆਰਥੀ ਸੀ ਜਿਸ ਦਾ ਕੱਦ ਬਹੁਤ ਛੋਟਾ ਸੀ। ਬਚਪਨ ਤੋਂ ਹੀ ਵਿਦਿਆਰਥੀ ਉਸ ਨੂੰ ਛੋਟੂ ਛੋਟੂ ਕਹਿ ਕੇ ਛੇੜਦੇ ਸਨ। ਉਹ ਗੁੱਸੇ ਨਾਲ ਤੜਫ ਉੱਠਦਾ ਸੀ। ਉਸ ਨੇ ਇੱਕ ਦਿਨ ਟੀਵੀ ਤੇ ਇੱਕ ਫਿਲਮ ਦੇਖੀ ਜੋ
ਫਿਲਮ ਦੇਖੀ ਜੋ ਉਸ ਵਰਗੇ ਬੱਚੇ ਦੀ ਹੀ ਸੀ। ਫਿਲਮ ਵਿੱਚ ਬੱਚੇ ਉਸ ਨੂੰ ਛੋਟੂ ਛੋਟੂ ਕਹਿ ਕੇ ਚਿੜਾਉਂਦੇ ਸਨ ਤਾਂ ਉਹ ਬਹੁਤ ਮੁਸਕਰਾ ਛੱਡਦਾ ਤੇ ਆਖਦਾ ਕਿ ਮੈਂ ਇੱਕ ਦਿਨ ਆਪਣੇ ਕੰਮਾਂ ਨਾਲ ਵੱਡਾ ਬਣਾਂਗਾ, ਮੈਨੂੰ ਜੋ ਮਰਜ਼ੀ ਕਹੀ ਜਾਣ, ਮੈਂ ਆਪਣੇ ਕੰਮ ਕਰਕੇ ਵੱਡਾ ਬਣਾਂਗਾ। ਇਸ ਫਿਲਮ ਨੇ ਮਨਜੀਤ ਤੇ ਬਹੁਤ ਪ੍ਰਭਾਵ ਪਾਇਆ, ਉਹਦੇ ਮਨ ਤੇ ਬਹੁਤ ਪ੍ਰਭਾਵ ਪਾਇਆ। ਮਨਜੀਤ ਨੇ ਉਸ ਦਿਨ ਤੋਂ ਇਹ ਪ੍ਰਣ ਕੀਤਾ ਕਿ ਹੁਣ ਉਹ ਕਿਸੇ ਨਾਲ ਨਹੀਂ ਚਿੜੇਗਾ, ਕਿਸੇ ਨਾਲ ਨਹੀਂ ਖਿਜੇਗਾ। ਇਹ ਸੋਚ ਉਸ ਨੂੰ ਖੁਸ਼ ਮਿਜਾਜ ਬਣਾ ਦਿੱਤਾ। ਜਿਹੜੀ ਸੋਚ ਸੀ ਇਸ ਨਾਲ ਉਹ ਖੁਸ਼ ਮਿਜਾਜ ਬਣ ਗਿਆ। ਉਸ ਨੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਕੂਲ ਦੀਆਂ ਕਿਤਾਬਾਂ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਪੁਸਤਕਾਂ ਪੜ੍ਹੀਆਂ, ਜਮਾਤ ਵਿੱਚ ਪਹਿਲੇ ਨੰਬਰ ਤੇ ਆਉਣ ਲੱਗ ਪਿਆ। ਅਧਿਆਪਕ ਤੇ ਮਾਤਾ ਪਿਤਾ ਉਸ ਦਾ ਮਾਣ ਕਰਨ ਲੱਗੇ। ਹੁਣ ਬਾਕੀ ਵਿਦਿਆਰਥੀ ਵੀ ਉਸ ਨੂੰ ਸਹੀ ਨਾਮ ਨਾਲ ਬੁਲਾਉਣ ਲੱਗ ਪਏ। ਸਖਤ ਮਿਹਨਤ ਨਾਲ ਉਹ PCS ਦੇ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਗਿਆ। PCS ਸਾਡੇ ਪੰਜਾਬ ਦਾ ਬਹੁਤ ਵੱਡਾ, ਸਭ ਤੋਂ ਵੱਡਾ ਹੈਗਾ ਜਿਹੜਾ ਟੈਸਟ ਹੈਗਾ ਪਬਲਿਕ ਸਿਵਲ ਸਰਵਿਸਿਜ਼, ਜਿਹਦੇ ਤੋਂ ਬਹੁਤ ਉੱਚ ਅਧਿਕਾਰੀ ਜਿਹੜੇ ਆ ਉਹ ਬਣਦੇ ਆ। ਸੋ ਜਦੋਂ ਉਸਨੇ ਉਹ ਆਪਣਾ ਟੈਸਟ ਜਿਹੜਾ ਹੈ ਪਾਸ ਕਰ ਲਿਆ, ਬਚਪਨ ਵਿੱਚ ਸਿੱਖਿਆ ਹੋਈਆਂ ਸਹਿਨਸ਼ੀਲਤਾ ਦਾ ਗੁਣ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਜਦੋਂ ਅਫਸਰ ਬਣ ਗਿਆ ਤੇ ਉਹ ਸਹਿਨਸ਼ੀਲ ਸੀਗਾ ਤੇ ਉਹ ਬੜੇ ਠਰਮੇ ਨਾਲ, ਬੜੇ ਆਰਾਮ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਦਾ ਤੇ ਹੱਲ ਕਰਦਾ। ਇਸੇ ਤਰ੍ਹਾਂ ਉਹ ਆਪਣੇ ਦਫ਼ਤਰ ਦੇ ਲੋਕਾਂ ਦੀਆਂ ਗੱਲਾਂ ਵੀ ਬਹੁਤ ਸਹਿਜੇ ਹੀ ਸੁਣਦਾ ਤੇ ਉਹਨਾਂ ਨੂੰ ਵੀ ਹੱਲ ਕਰਦਾ। ਇਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਤੇ ਆਪਣੇ ਦਫ਼ਤਰ ਵਿੱਚ ਜਿਹੜਾ ਹੈ ਹਰਮਨ ਪਿਆਰਾ ਹੋ ਗਿਆ ਸੀ। ਸੋ ਅਸੀਂ ਹੁਣ ਇਸ ਤੋਂ ਇਹ ਸਿੱਖੇ ਹਾਂ ਹੁਣ ਤੱਕ, ਜੇ ਅਸੀਂ ਸਹਿਨਸ਼ੀਲ ਰਹਿੰਦੇ ਹਾਂ ਤੇ ਸਾਨੂੰ ਇਹ ਸਹਿਨਸ਼ੀਲਤਾ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਦਿੰਦੀ ਹੈ ਤੇ ਬਹੁਤ ਅਸੀਂ ਲੋਕਾਂ ਦਾ ਪਿਆਰ ਹਾਸਲ ਕਰ ਸਕਦੇ ਹਾਂ। ਸੋ ਸਾਨੂੰ ਅੱਜ ਤੋਂ ਹੀ ਇਹ ਗੁਣ ਜਿਹੜਾ ਸਹਿਨਸ਼ੀਲਤਾ ਦਾ ਹੈ ਅਪਣਾ ਲੈਣਾ ਚਾਹੀਦਾ ਹੈ, ਤਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਰਹੀਏ ਤੇ ਸਾਡਾ ਇੱਕ ਚੰਗਾ ਸਮਾਜ ਸਿਰਜ ਸਕੀਏ।